ਸੁਭਾਅ ਅਤੇ ਅੰਦਰੂਨੀ ਪ੍ਰਵਿਰਤੀ ਨੂੰ ਬਦਲਣ ਦੇ ਲਈ ਉਸ ਨੂੰ ਦਬਾਉਣ ਤੋਂ ਕੰਮ ਨਹੀਂ ਚੱਲਦਾ, ਬਲਕਿ ਗਿਆਨ ਅਤੇ ਹਮਦਰਦੀ ਦੇ ਨਾਲ ਉਸ ਨੂੰ ਮਨਾ ਕੇ ਠੋਸ ਮਾਰਗ ਉੱਤੇ ਲਿਆਉਣਾ ਹੀ ਜ਼ਰੂਰੀ ਹੈ। ਮਹਾਯੋਗੀ ਅਰਵਿੰਦ। ਪੁਸਤਕ ਦਾ ਨਾਮ ਮਹਾਯੋਗੀ ਅਰਵਿੰਦ। ਸ਼੍ਰੀ ਅਰਵਿੰਦ ਘੋਸ਼ 10 ਸਾਲਾਂ ਤੋਂ ਅਧਿਆਤਮਿਕ ਮਾਰਗ ਦੇ ਮੁਸਾਫਿਰ ਸਨ। ਉਹ ਰਾਜਨੀਤਿਕ ਅੰਦੋਲਨਾਂ ਵਿੱਚ ਭਾਗ ਲੈਣ ਦੇ ਨਾਲ ਹੀ ਅਧਿਆਤਮਿਕ ਸ਼ਕਤੀਆਂ ਨੂੰ ਵਧਾਉਣ ਦੇ ਲਈ ਕਈ ਤਰ੍ਹਾਂ ਦੇ ਯੋਗ ਅਭਿਆਸ ਕਰਦੇ ਰਹਿੰਦੇ ਸਨ। ਨੌਕਰੀ ਅਤੇ ਉਸ ਤੋਂ ਬਾਅਦ ਅੰਦੋਲਨ ਦੇ ਕਾਰਨ ਇਸ ਪਾਸੇ ਪੂਰਾ ਧਿਆਨ ਦੇਣ ਦਾ ਸਮਾਂ ਹੀ ਨਹੀਂ ਮਿਲਦਾ ਸੀ, ਪਰ ਜੇਲ੍ਹ ਵਿੱਚ ਜਾ ਬੈਠਣ ਤੇ ਸਭ ਤਰ੍ਹਾਂ ਦੀ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਇਆ ਅਤੇ ਆਪਣੀ ਕੋਠਰੀ ਵਿੱਚ ਬੈਠ ਕੇ ਪੂਰੇ ਮਨ ਅਤੇ ਆਤਮਾ ਤੋਂ ਭਗਵਾਨ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਉਹਨਾਂ ਨੇ ਆਪਣੀ ਜੇਲ੍ਹ ਯਾਤਰਾ ਨੂੰ ਆਸ਼ਰਮਵਾਸ ਕਹਿਣਾ ਸ਼ੁਰੂ ਕਰ ਦਿੱਤਾ। ਉੱਥੇ ਉਹਨਾਂ ਨੂੰ ਗਹਿਰੀ ਅਧਿਆਤਮਿਕ ਸਾਧਨਾ ਦਾ ਮੌਕਾ ਮਿਲਿਆ ਅਤੇ ਉਹ ਬ੍ਰਹਮ ਚੇਤਨਾ ਤੱਕ ਪਹੁੰਚ ਗਏ, ਜਿਸ ਨੂੰ ਅਧਿਆਤਮਿਕ ਸਾਧਨਾ ਦਾ ਉੱਚਤਮ ਸਤਰ ਮੰਨਿਆ ਜਾਂਦਾ ਹੈ। ਉਹਨਾਂ ਦੇ ਜੀਵਨ ਨਾਲ ਜੁੜੇ ਬਹੁਤ ਸਾਰੇ ਪ੍ਰਸ਼ਨ ਹਨ ਜੋ ਸਾਡੇ ਮਨ ਵਿੱਚ ਆਉਂਦੇ ਹਨ। ਮਹਾਯੋਗੀ ਅਰਵਿੰਦ ਦੇ ਪਿਤਾ ਜੀ ਉਹਨਾਂ ਨੂੰ ਭਾਰਤੀ ਵਾਤਾਵਰਣ ਤੋਂ ਦੂਰ ਕਿਉਂ ਰੱਖਣਾ ਚਾਹੁੰਦੇ ਸਨ? ਭਾਰਤ ਵਿੱਚ ਵਾਪਸੀ ਤੋਂ ਬਾਅਦ ਮਹਾਯੋਗੀ ਅਰਵਿੰਦ ਦੇ ਜੀਵਨ ਵਿੱਚ ਕੀ ਬਦਲਾਅ ਆਏ? ਭਾਰਤੀ ਸੰਸਕ੍ਰਿਤੀ ਵਿੱਚ ਉਹਨਾਂ ਨੇ ਅਜਿਹਾ ਕੀ ਦੇਖਿਆ ਕਿ ਉਹ ਇਸ ਵੱਲ ਆਕਰਸ਼ਿਤ ਹੋ ਗਏ? ਉਹਨਾਂ ਨੇ ਰਾਜਨੀਤੀ ਵਿੱਚ ਕਦਮ ਕਿਉਂ ਰੱਖਿਆ? ਉਹਨਾਂ ਨੇ ਕੈਦ ਦੇ ਵਾਤਾਵਰਣ ਵਿੱਚ ਕੀ ਲਾਭ ਉਠਾਇਆ? ਉਹ ਪਾਂਡੀਚੇਰੀ ਕਿਉਂ ਗਏ? ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਲੈ ਕੇ ਪੇਸ਼ ਹੈ ਇਹ ਪੁਸਤਕ, ਜੋ ਸਾਨੂੰ ਮਹਾਯੋਗੀ ਅਰਵਿੰਦ ਦੇ ਜੀਵਨ ਦੇ ਉਹਨਾਂ ਪਹਿਲੂਆਂ ਤੋਂ ਜਾਣੂ ਕਰਵਾਉਂਦੀ ਹੈ ਜਿਸ ਵਿੱਚ ਉਹਨਾਂ ਨੇ ਰਾਜਨੀਤੀ ਨਾਲ ਸੰਪਰਕ ਛੱਡ ਦਿੱਤਾ ਅਤੇ ਅਧਿਆਤਮ ਮਾਰਗ ਵਿੱਚ ਪ੍ਰਵੇਸ਼ ਕੀਤਾ। ਪੁਸਤਕ ਦੇ ਸਦਵਾਕ। ਮਾਨਵ ਚੇਤਨਾ ਦੇ ਅੰਦਰ ਕੁਝ ਅਜਿਹੇ ਨਿਰਧਾਰਿਤ ਸੰਕੇਤ ਮਿਲਦੇ ਹਨ ਜਿਨ੍ਹਾਂ ਤੋਂ ਪ੍ਰਗਟ ਹੁੰਦਾ ਹੈ ਕਿ ਮਨੁੱਖ ਇੱਕ ਦਿਨ ਅਲੌਕਿਕ ਅਵਸਥਾ ਨੂੰ ਜ਼ਰੂਰ ਪ੍ਰਾਪਤ ਕਰ ਲੈਂਦਾ ਹੈ। ਅਲੌਕਿਕ ਅਵਸਥਾ ਨੂੰ ਅਸੀਂ ਦੇਵਾਂ ਦੀ ਸਥਿਤੀ ਵੀ ਕਹਿ ਸਕਦੇ ਹਾਂ। ਸਾਡਾ ਸਾਰਾ ਜੀਵਨ ਯੋਗ ਹੀ ਹੈ, ਭਾਵੇਂ ਇਸ ਨੂੰ ਸਮਝਦਾਰੀ ਤੋਂ ਕਰੀਏ ਜਾਂ ਬਿਨਾਂ ਸਮਝੇ, ਕਿਉਂਕਿ ਇਸ ਸ਼ਬਦ ਤੋਂ ਸਾਡਾ ਮਤਲਬ ਇਹੀ ਹੈ ਕਿ ਮਨੁੱਖ ਆਪਣੀ ਸੁੱਤੀ ਸ਼ਕਤੀਆਂ ਨੂੰ ਜਾਗਰਿਤ ਕਰ ਸਕੇ ਅਤੇ ਉਹਨਾਂ ਦੀ ਸਹਾਇਤਾ ਤੋਂ ਆਤਮਾ ਪੂਰਨਤਾ ਵੱਲ ਹੋ ਸਕੇ। ਵਧੀਆ ਭੋਜਨ ਸਰੀਰ ਨੂੰ ਖਰਾਬ ਕਰਦਾ ਹੈ, ਇਸ ਲਈ ਭੋਜਨ ਚੰਗਾ ਹੋਣਾ ਚਾਹੀਦਾ ਹੈ, ਪਰ ਵਧੀਆ ਭੋਜਨ ਦਾ ਅਰਥ ਇਹੀ ਹੈ ਕਿ ਉਸ ਤੋਂ ਸਰੀਰ ਨੂੰ ਸਹੀ ਪੋਸ਼ਣ ਪ੍ਰਾਪਤ ਹੋ ਸਕੇ, ਨਾ ਸਿਰਫ ਉਹ ਸੁਆਦੀ ਹੋਵੇ। ਅੰਤਰ-ਆਤਮਾ ਦੀ ਸੱਤਾ ਸਰਵ ਵਿਆਪਕ ਹੈ ਅਤੇ ਜੜ ਪਦਾਰਥ ਦੇ ਪ੍ਰਮੁੱਖ ਪਦ ਤੋਂ ਅੱਡ ਨਹੀਂ ਹੈ। ਕਰਮਯੋਗ ਅਤੇ ਧਰਮ ਹੀ ਮਾਨਵ ਜੀਵਨ ਦਾ ਸਾਰ ਹੈ। ਉਹ ਸੱਚੀ ਰਾਜਨੀਤੀ ਹੈ ਅਤੇ ਉਹੀ ਗੀਤਾ ਦਾ ਉਪਦੇਸ਼ ਹੈ। ਭਾਰਤ ਇੱਕ ਧਰਮ ਪ੍ਰਧਾਨ ਦੇਸ਼ ਹੈ। ਇੱਥੇ ਦੀ ਅਨਪੜ੍ਹ ਜਨਤਾ ਵੀ ਗਲਤ ਜਾਂ ਸਹੀ ਢੰਗ ਤੋਂ ਧਾਰਮਿਕ ਭਾਵਨਾਵਾਂ ਤੋਂ ਹੀ ਸੰਚਾਲਿਤ ਹੁੰਦੀ ਹੈ। ਪੁਸਤਕ ਦੇ ਮੁੱਖ ਬਿੰਦੂ। ਨਵਜਾਗਰਣ ਦੇ ਦੇਵਦੂਤ ਮਹਾਯੋਗੀ ਅਰਵਿੰਦ। ਜੀਵਨ ਦਾ ਮਾਰਗ ਪਰਿਵਰਤਨ। ਕ੍ਰਾਂਤੀਕਾਰੀ ਅੰਦੋਲਨ ਵਿੱਚ ਸਹਿਯੋਗ। ਰਾਜਨੀਤੀ ਦਾ ਤਿਆਗ ਅਤੇ ਅਧਿਆਤਮ ਦਾ ਪ੍ਰਚਾਰ। ਪਾਂਡੀਚੇਰੀ ਵਿੱਚ ਆਰੰਭਿਕ ਜੀਵਨ। ਯੋਗ ਮਾਰਗ ਦੀ ਉਪਯੋਗਤਾ।